ਤੁਹਾਡੇ ਕੋਲੇ ਕਦੋਂ ਆਇਆ? ਅੰਕਿਤ ਨੂੰ 1.5 ਸਾਲ ਹੋ ਚੁੱਕਾ ਜੀ ਤੇ ਮੈਂ ਇਹਦੇ ਨਾਲ ਇਹਨਾਂ ਦੇ ਘਰਦਿਆਂ ਦੀ ਵੀ ਬੜੀ ਕੁਰਬਾਨੀ ਹੈ। ਮਿਲੇ ਮਤਲਬ ਕਿੱਦਾਂ ਅਪਰੋਚ ਕਿੱਦਾਂ ਕੀਤੀ ਅੰਕਿਤ ਨੇ ਤੁਹਾਨੂੰ, ਕਿ ਤੁਹਾਡੇ ਬਾਰੇ ਕਿੱਦਾਂ ਪਤਾ ਸੀ ਉਹਨਾਂ ਨੂੰ, ਜਾਂ ਕਿਵੇਂ ਮਿਲਿਆ? ਕਿਉਂਕਿ ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ, ਕਦੀ ਕੋਈ ਪ੍ਰੋਬਲਮ ਆਈ ਤੁਹਾਨੂੰ ਇਹਨੂੰ ਟ੍ਰੇਨ ਕਰਨ ਦੇ ਲਈ? ਠੀਕ ਹੈ, ਜਦੋਂ ਆਪਾਂ ਪਹਿਲਾਂ ਇੰਟਰਵਿਊ ਫਿਕਸ ਕਰ ਰਹੇ ਸੀਗੇ ਕਿ ਇਹ ਕਿਤੇ ਗਿਆ ਹੋਇਆ ਖੇਲਣ, ਉਹ ਕੰਪੀਟੀਸ਼ਨ ਕਿਹੜਾ ਸੀਗਾ ਤੇ ਕੀ ਬਣਿਆ? ਉਹ ਵਰਲਡ ਚੈਂਪੀਅਨਸ਼ਿਪ ਸੀਗੀ ਇਹਦੀ। ਹੁਣ ਵੀ ਜਿਹੜੇ ਇੰਡੀਅਨ ਕੈਂਪਾਂ ਦੇ ਵਿੱਚ ਵੀ ਇਹੀ ਚੱਲਣਾ ਕਿ ਨਾਲ ਇੰਜਰੀ ਤੋਂ ਬਚਣਾ, ਕਿਉਂਕਿ ਸਪ੍ਰਿੰਟ ਰੇਸ ਵੀ ਇਦਾਂ ਦੀ ਆ ਕਿ ਬਹੁਤ ਫਾਸਟ ਰੇਸ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਜਤਿੰਦਰ ਸਿੰਘ ਖਹਿਰਾ। ਹਰ ਵਾਰ ਦੀ ਤਰ੍ਹਾਂ ਤੁਸੀਂ ਫੀਲ ਤਾਂ ਲੈ ਲਿਆ ਹੋਣਾ ਕਿ ਅਸੀਂ ਗਰਾਊਂਡ ਦੇ ਵਿੱਚ ਖੜੇ ਹਾਂ ਤੇ ਪ੍ਰੋਗਰਾਮ ਹੈ ਸਟਾਰ ਸਪੋਰਟਸ। ਔਰ ਅੱਜ ਦਾ ਜਿਹੜਾ ਸਟਾਰ ਸਪੋਰਟਸ ਹੈ, ਜੇ ਕਹਿ ਲਈਏ ਕਿ ਹਿੰਮਤ ਹਾਰ ਜਾਂਦਾ ਨਾ ਜਿਹੜਾ ਬੰਦਾ, ਉਹ ਸ਼ਾਇਦ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰਦਾ। ਸੋ ਅੱਜ ਮੇਰੇ ਨਾਲ ਦਿੱਲੀ ਤੋਂ ਅੰਕਿਤ, ਔਰ ਉਹ ਸੁਣ ਵੀ ਨਹੀਂ ਸਕਦਾ ਤੇ ਬੋਲ ਵੀ ਨਹੀਂ ਸਕਦਾ, ਤੇ ਪਰ ਉਹਨਾਂ ਦੀ ਜ਼ੁਬਾਨ ਜਿਹੜੇ ਨੇ, ਕਈ ਵਾਰ ਕਹਿੰਦੇ ਹੁੰਦੇ ਨਾ ਕਿ ਕੋਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਨੇ। ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਸਰਬਜੀਤ ਸਿੰਘ ਹੈਪੀ ਹੋਣੀ ਨੇ, ਉਹਨਾਂ ਦੀ ਗਰਾਊਂਡ ਹੈ ਇਹ, ਮਤਲਬ ਤਨਦੇਹੀ ਦੇ ਨਾਲ ਜਿਹੜੇ ਜਵਾਕ ਨੇ, ਜਿਹੜੇ ਸਪੋਰਟਸਮੈਨ ਨੇ, ਉਹਨਾਂ ਨੂੰ ਤਿਆਰ ਕਰਦੇ ਨੇ। ਅੱਛਾ, ਪਹਿਲਾਂ ਤਾਂ ਭਾਈ ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਟੀਵੀ ਪੰਜਾਬ ਨੂੰ ਮੇਰੇ ਵੱਲੋਂ ਬਹੁਤ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਟੀਵੀ ਪੰਜਾਬ ਦਾ, ਜਿਹੜਾ ਕਿ ਉਹ ਸਪੋਰਟਸ ਨੂੰ ਕਵਰ ਕਰਦੇ ਆ, ਤੇ ਸਪੋਰਟਸ ਨੂੰ ਕਵਰ ਕਰਨ ਕਾਰਨ ਸਾਡੇ ਕਈ ਸਪੋਰਟਸਮੈਨਾਂ ਨੂੰ ਬੜਾ ਹੁੰਗਾਰਾ ਮਿਲਿਆ। ਉਹਨਾਂ ਨੂੰ ਮਤਲਬ ਇੰਟਰਨੈਸ਼ਨਲ ਲੈਵਲ ਤੋਂ ਕੈਨੇਡਾ, ਅਮਰੀਕਾ, ਜਰਮਨੀ, ਉੱਥੋਂ ਮਤਲਬ ਫੋਨ ਆਏ ਆ ਜਦੋਂ ਉਹਨਾਂ ਦੀਆਂ ਇੰਟਰਵਿਊਜ਼ ਦੇਖ ਕੇ। ਇਹਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਕਿ ਏਡੀ ਦੂਰ ਤੱਕ ਸਾਡੇ ਪੰਜਾਬ ਦੀ ਸਪੋਰਟਸ ਨੂੰ ਤੁਸੀਂ ਪਹੁੰਚਾਇਆ ਜੀ। ਬਹੁਤ ਥੈਂਕਸ। ਚਲੋ ਧੰਨਵਾਦ ਤੁਹਾਡਾ। ਸਗੋਂ ਤੁਸੀਂ ਇੰਨੇ ਬੰਦੇ ਤਰਾਸ਼ ਰਹੇ ਹੋ। ਅੰਕਿਤ ਤੁਹਾਡੇ ਕੋਲੇ ਕਦੋਂ ਆਇਆ? ਅੰਕਿਤ ਨੂੰ 1.5 ਸਾਲ ਹੋ ਚੁੱਕਾ ਜੀ। ਕਰੋਨਾ ਤੋਂ ਵਿੱਚ ਹੀ, ਕਰੋਨਾ ਦੇ ਵਿੱਚ ਇੱਕ ਲਹਿਰ ਆ ਚੁੱਕੀ ਸੀ, ਉਸ ਤੋਂ ਬਾਅਦ ਵਿੱਚ ਆਇਆ। ਤੇ ਪਹਿਲੇ ਤਾਂ ਇਹਨੂੰ ਮੈਂ ਕਾਫੀ ਦੇਰ ਲਾਰੇ ਲੂਰੇ ਲਾਉਂਦਾ ਰਿਹਾ ਕਿ ਕੋਈ ਗੱਲ ਨਹੀਂ ਹੈ ਨਾ, ਤੂੰ ਹਜੇ ਆ ਕਰੋਨਾ ਦੇਖ ਲਈਏ, ਅਸੀਂ ਇਹ ਕਰ ਲਈਏ। ਪਰ ਇਹਦੇ ਫਾਦਰ ਨੇ ਬਾਰ ਮੈਨੂੰ ਮਤਲਬ ਫੋਨ ਕਰਨੇ ਕਿ ਨਹੀਂ ਜੀ, ਤੁਸੀਂ ਛੇਤੀ ਲੈ ਜਾਓ, ਕਿ ਅਸੀਂ ਬੱਚੇ ਦਾ ਟਾਈਮ ਲੰਘਦਾ ਜਾ ਰਿਹਾ। ਕਿਉਂਕਿ ਸਪੋਰਟਸ ਦਾ ਇੱਕ ਪੀਰੀਅਡ ਹੁੰਦਾ ਕਿ ਉਹਦੇ ਵਿੱਚ ਜੇ ਤੁਸੀਂ ਉਹ ਚੀਜ਼ਾਂ ਨੂੰ ਨਹੀਂ ਕਰ ਪਾਉਂਦੇ, ਉਸ ਏਜ ਦੇ ਵਿੱਚ ਨਹੀਂ ਕਰ ਪਾਉਂਦੇ, ਤਾਂ ਕਦੀ ਵੀ ਤੁਸੀਂ ਉਹਨਾਂ ਨੂੰ ਕਰ ਨਹੀਂ ਪਾਉਂਦੇ, ਹੈ ਨਾ। ਅਤੇ ਮਤਲਬ ਉਹਨਾਂ ਨੂੰ ਇਹ ਚਿੰਤਾ ਸੀ ਕਿ ਇਹ ਟਾਈਮ ਲੰਘਦਾ ਜਾ ਰਿਹਾ। ਅਤੇ ਮੈਂ ਇਹਦੇ ਨਾਲ ਇਹਨਾਂ ਦੇ ਘਰਦਿਆਂ ਦੀ ਵੀ ਬੜੀ ਕੁਰਬਾਨੀ ਆ। ਜਿਹੜੀ ਇਹਨਾਂ ਦੀ ਸਿਸਟਰ ਆ, ਡਾਕਟਰ ਆ, ਇਹਦੇ ਫਾਦਰ ਨੇ ਆਪਣੀ ਜੋਬ ਛੱਡ ਕੇ ਇੱਥੇ ਆ ਕੇ ਰਹੇ ਇਹਦੇ ਨਾਲ। ਹੁਣ ਇਹਦੇ ਮਦਰ ਇੱਥੇ ਆ ਕੇ ਰਹਿ ਰਹੇ ਆ, ਹੈ ਨਾ, ਕਿਉਂਕਿ ਨਾਲ ਇਹ ਹੋਸਟਲ 'ਚ ਰਹਿ ਸਕਦਾ, ਪਰ ਉਹ ਕਈ ਜ਼ਰੂਰਤਾਂ ਫਿਰ ਵੀ ਬੱਚੇ ਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਉਸ ਹਿਸਾਬ ਦੇ ਨਾਲ ਅਸੀਂ ਇਹਨੂੰ ਰੱਖੀਏ ਕਿ ਇਹ ਆਉਣ ਵਾਲੀ ਇਹਨਾਂ ਦੀ ਓਲੰਪਿਕ ਹੋ ਰਹੀ ਆ ਹੁਣ 15 ਮਈ ਦੇ ਲਾਗੇ ਛਾਗੇ, ਅਤੇ ਉਹਦੇ ਲਈ ਉਹ ਬੜਾ ਜ਼ੋਰ ਲਾ ਰਿਹਾ ਕਿ ਕਿਤੇ ਨਾ ਕਿਤੇ ਸਾਡਾ ਬੱਚਾ ਵੀ ਆਪਣੇ ਜਿਹੜੀ ਉਹਨਾਂ ਦਾ ਬਣਦਾ, ਜਿਹੜਾ ਡੈਫ ਐਂਡ ਡੰਪ ਦੇ ਵਿੱਚ ਅਤੇ ਆਪਣੇ ਓਲੰਪਿਕ ਦੇ ਵਿੱਚੋਂ ਮੈਡਲ ਜਿੱਤੇ ਅਤੇ ਭਾਰਤ ਦੇ ਨਾਮ ਨੂੰ ਰੋਸ਼ਨ ਕਰੇ ਅਤੇ ਆਪਣੀ ਜ਼ਿੰਦਗੀ ਨੂੰ ਸਫਲਾ ਕਰੇ। ਅੱਛਾ ਕੋਚ ਸਾਹਿਬ, ਮਿਲੇ ਮਤਲਬ ਕਿੱਦਾਂ ਅਪਰੋਚ ਕਿੱਦਾਂ ਕੀਤੀ ਅੰਕਿਤ ਨੇ ਤੁਹਾਨੂੰ, ਕਿ ਤੁਹਾਡੇ ਬਾਰੇ ਕਿੱਦਾਂ ਪਤਾ ਸੀ ਉਹਨਾਂ ਨੂੰ, ਜਾਂ ਕਿਵੇਂ ਮਿਲਿਆ? ਅਪਰੋਚ ਕਿ ਦੇਖੋ ਜੀ, ਪਹਿਲੇ ਸਪ੍ਰਿੰਟ ਦੇ ਵਿੱਚ ਆਪਣੇ ਪੰਜਾਬ ਦੇ ਐਥਲੀਟ ਨਹੀਂ ਹੁੰਦੇ ਸੀ। ਫਿਰ ਆਪਣੇ ਕੋਲ ਮਤਲਬ ਉੱਦਾਂ ਤਾਂ ਪਿਛਲੇ ਕਈ ਸਾਲਾਂ ਤੋਂ ਜਿੱਦਾਂ ਵਿਕਾਸ ਪ੍ਰੈਸ਼ਰ ਸੀ, ਇੱਕ ਮਨਿੰਦਰ ਸਿੰਘ ਸੀ ਮੁੰਡਾ, ਜਗਪ੍ਰੀਤ ਸੀਗਾ, ਮਤਲਬ ਜਿਹਨਾਂ ਨੈਸ਼ਨਲ ਲੈਵਲ ਦੇ ਉੱਤੇ ਮੈਡਲ ਜਿੱਤੇ ਆ। ਅਤੇ ਉਸ ਤੋਂ ਬਾਅਦ ਜਿੱਦਾਂ ਹੁਣ ਮੇਰੇ ਕੋਲ ਪਿਛਲੇ 3-4 ਸਾਲਾਂ ਤੋਂ ਜਿੱਦਾਂ ਗੁਰਿੰਦਰ ਵੀਰ ਹੋ ਗਿਆ, ਲਵਪ੍ਰੀਤ ਹੋ ਗਿਆ, ਹਰਜੀਤ ਹੋ ਗਿਆ, ਟਵਿੰਕਲ ਚੌਧਰੀ ਹੋ ਗਈ, ਮਤਲਬ ਇਹ ਇੱਕ ਵਧੀਆ ਪਰਫੋਰਮੈਂਸ ਦਿੰਦੇ ਆ। ਅਤੇ ਉਹਦੇ ਨਾਲ ਹੀ ਤੁਹਾਡੀ ਦੇਖੋ ਜੀ, ਕੋਚ ਨੂੰ ਤਾਂ ਪਹਿਚਾਣ ਉਹਦੇ ਐਥਲੀਟ ਨੇ ਦੇਣੀ ਆ, ਜਿੱਦਾਂ ਬਾਪ ਨੂੰ ਉਹਦੇ ਬੱਚੇ ਨੇ ਦੇਣੀ ਆ ਪਹਿਚਾਣ। ਅਤੇ ਇਹ ਇੱਦਾਂ ਹੀ ਉਹ ਸਾਰੇ ਪਾਸੇ ਅੱਜ ਦੀ ਡੇਟ 'ਚ ਵੀ ਮੈਨੂੰ 4 ਤੋਂ 5 ਰੋਜ਼ ਫੋਨ ਆਉਂਦੇ ਆ ਕਿ ਇੱਥੇ ਟ੍ਰੇਨਿੰਗ ਕਰਨਾ ਚਾਹੁੰਦੇ, ਜਦ ਕਿ ਸਾਡੇ ਕੋਲ, ਮੈਂ ਉਹਨਾਂ ਨੂੰ ਕਹਿੰਦਾ ਮੇਰੇ ਕੋਲ ਸਿੰਥੈਟਿਕ ਟਰੈਕ ਹੈ ਨਹੀਂ ਗਾ, ਮੇਰੇ ਕੋਲ ਆਹ ਸਹੂਲਤਾਂ ਹੈ ਨਹੀਂ ਗੀਆਂ। ਇੱਥੋਂ ਤੱਕ ਕਿ ਦੁੱਤੀ ਚੰਦ ਜਿਹੜੀ ਵਰਲਡ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਆ ਜਿਹਨੇ ਵਰਲਡ ਦੇ ਵਿੱਚੋਂ ਮੈਡਲ ਜਿੱਤਿਆ, ਉਹਨੇ ਵੀ ਮੈਨੂੰ ਮਤਲਬ ਮੈਂ 20 ਦਿਨ ਲਈ ਉਹਦਾ ਕੋਚ ਸੀ ਜਦੋਂ ਉਹਦਾ ਗੋਲਡ ਮੈਡਲ ਆਇਆ ਵਰਲਡ ਯੂਨੀਵਰਸਿਟੀ ਗੇਮਸ ਦੇ ਵਿੱਚੋਂ। ਅਤੇ ਉਹਨੇ ਕਿਹਾ ਕਿ ਮੈਨੂੰ ਤੁਹਾਡੀ ਟ੍ਰੇਨਿੰਗ ਬਹੁਤ ਸੂਟ ਕੀਤੀ, ਮੈਂ ਤਾਂ ਹੀ ਇੱਥੇ ਗੋਲਡ ਮੈਡਲ ਜਿੱਤ ਪਾਈ ਹਾਂ।
ਤੇ ਉਹਨੇ ਵੀ ਮੈਨੂੰ ਅਪਰੋਚ ਕੀਤੀ ਕਿ ਮੈਂ ਤੁਹਾਡੇ ਕੋਲ ਟ੍ਰੇਨਿੰਗ ਕਰਨੀ ਚਾਹੁੰਦੀ ਹਾਂ, ਪਰ ਮੈਂ ਕਿਹਾ ਵੀ ਜਿੰਨੀਆਂ ਤੁਹਾਨੂੰ ਸਹੂਲਤਾਂ ਉੜੀਸਾ ਦੇ ਵਿੱਚ ਆ, ਜਿੱਦਾਂ ਨਵੀਨ ਪਟਨਾਇਕ ਜੀ ਨੇ ਹਾਕੀ ਨੂੰ ਵੀ ਦਿੱਤੀਆਂ, ਐਥਲੈਟਿਕਸ ਨੂੰ ਵੀ ਉੱਥੇ ਕਾਫੀ ਵਧੀਆ ਸੈਂਟਰ, ਰਿਲਾਇੰਸ ਦੇ ਸੈਂਟਰ ਆ, ਕਿੱਟ ਜਿਹੜੀ ਉਹਨਾਂ ਦੀ ਯੂਨੀਵਰਸਿਟੀ ਆ ਉਹ ਵੀ ਬਹੁਤ ਵੱਡੇ ਲੈਵਲ ਤੇ ਕਰ ਰਹੀ ਆ। ਤੇ ਪਰ ਮਤਲਬ ਇਹ ਪਰਫਾਰਮੈਂਸ ਹੀ ਆ ਇਹਨਾਂ ਦੀ, ਜਿਹੜੇ ਆਪਣੇ ਬੱਚਿਆਂ ਨੇ ਜਿਹੜੀ ਪਰਫਾਰਮੈਂਸ ਦਿੱਤੀ ਆ ਕਿ ਉਹ ਸਾਰੇ ਪਾਸੇ ਫੈਲੀ ਹੈ। ਤੇ ਬੰਗਲੌਰ ਤੋਂ, ਕਰਨਾਟਕਾ ਤੋਂ, ਮਹਾਰਾਸ਼ਟਰ ਤੋਂ, ਮਤਲਬ ਸਾਰੇ ਪਾਸਿਓਂ ਇੰਡੀਆ 'ਚ ਫੋਨ ਆਉਂਦੇ ਆ ਕਿ ਅਸੀਂ ਟ੍ਰੇਨਿੰਗ ਕਰਨਾ ਚਾਹੁੰਦੇ, ਪਰ ਮੈਂ ਕਿਹਾ ਮੈਂ ਇਕੱਲਾ ਬੰਦਾ ਕਿੰਨੇ ਬੰਦਿਆਂ ਨੂੰ ਟ੍ਰੇਨਿੰਗ ਕਰਾ ਸਕਦਾ। ਅੱਛਾ, ਖੁਸ਼ੀ ਹੁੰਦੀ ਹੈ ਨਾ ਜਦੋਂ ਬੰਦਾ ਸੋਚਦਾ ਕਿ ਮੈਂ ਅਚੀਵ ਕਰ ਲਿਆ, ਲੱਗਦਾ ਅਚੀਵ ਕੀਤਾ ਹੋਇਆ ਤੁਸੀਂ, ਕਿਉਂਕਿ ਹੁਣ ਅੰਕਿਤ ਦੇ ਬਾਰੇ ਵੀ ਦੇਖੋ, ਅੰਕਿਤ ਨੇ ਤੁਹਾਨੂੰ ਅਪਰੋਚ ਕੀਤਾ, ਬਹੁਤ ਸਾਰੇ ਕੋਚਿਸ ਆ ਦਿੱਲੀ ਦੇ ਵਿੱਚ, ਬਹੁਤ ਸਾਰੇ ਕੋਚਿਸ ਆ, ਸਾਇੰਸ ਸੈਂਟਰ ਵੀ ਕੋਚ ਹੈਗੇ ਉੱਥੇ, ਪਰ ਤੁਹਾਨੂੰ ਅਪਰੋਚ ਕੀਤਾ, ਲੱਗਦਾ ਜ਼ਿੰਦਗੀ 'ਚ ਖੱਟ ਲਿਆ? ਨਹੀਂ ਦੇਖੋ ਜੀ, ਮੈਨੂੰ ਖੁਸ਼ੀ ਵੀ ਹੁੰਦੀ, ਪਰ ਮੈਨੂੰ ਕਿਸੇ ਨੂੰ ਨਾ ਕਰਨ ਲੱਗੇ ਦੁੱਖ ਵੀ ਬੜਾ ਹੁੰਦਾ, ਕਿਉਂਕਿ ਮੈਂ ਇਹ ਫੀਲ ਕਰਦਾ ਆ ਕਿ ਹਰ ਸੈਂਟਰ ਦੇ ਵਿੱਚ ਚੰਗੇ ਕੋਚਿਸ ਚਾਹੀਦੇ ਆ, ਉੱਥੇ ਵੀ ਹੋਣਗੇ ਜਾਂ ਪਰਫਾਰਮੈਂਸ, ਅੱਜ ਸਾਡੇ ਬੱਚੇ ਪਰਫਾਰਮੈਂਸ ਦੇ ਰਹੇ, ਸ਼ਾਇਦ ਰੱਬ ਦੀ ਮਿਹਰ ਦੇ ਨਾਲ ਤੇ ਉਹ ਸਾਨੂੰ ਅਪਰੋਚ ਕਰ ਰਹੇ ਆ, ਪਰ ਮੇਰਾ ਮੰਨਣਾ ਇਹ ਆ ਕਿ ਮੇਰੀ ਇੱਕ ਲਿਮਿਟੇਸ਼ਨ ਆ ਕਿ ਮੈਂ ਕਿੰਨੇ ਬੱਚਿਆਂ ਨੂੰ ਟ੍ਰੇਨਿੰਗ ਕਰਾ ਲੂੰਗਾ, ਮੈਂ 10 ਨੂੰ ਕਰਾ ਲੂੰ, 20 ਨੂੰ ਕਰਾ ਲੂੰ, 30 ਨੂੰ, 40 ਨੂੰ, ਪਰ ਇੱਕ ਥਾਂ ਤੇ ਮੇਰੀ ਲਿਮਿਟੇਸ਼ਨ ਮੁੱਕੂਗੀ। ਜੇ ਮੈਂ ਉਹਨੂੰ ਵਧਾਉਣਾ ਆ, ਫਿਰ ਮੈਂ ਉਹ ਬੱਚਿਆਂ ਨਾਲ ਬੇਇਨਸਾਫੀ ਕਰਦਾ ਜਿਨ੍ਹਾਂ ਨੂੰ ਮੈਂ ਇੱਥੇ ਤੱਕ ਲੈ ਕੇ ਆਇਆ, ਕਿਉਂਕਿ ਜੇ 40 ਬੰਦਿਆਂ ਨੂੰ ਤੁਸੀਂ 2-2 ਮਿੰਟ ਵੀ ਇੱਕ ਬੰਦੇ ਨੂੰ ਦਿਓ ਤੇ ਤੁਹਾਡੇ ਜਿਹੜਾ 2 ਘੰਟੇ ਦਾ ਟਾਈਮ ਆ ਉਹਦੇ ਵਿੱਚ ਖਰਚ ਹੋ ਜਾਂਦਾ ਹੈ ਨਾ। ਤੇ ਇਹਦੇ 'ਚ ਚਾਹੀਦਾ ਕੋਈ ਸਿਸਟਮ ਇੱਦਾਂ ਬਣਾਉਣਾ ਕਿ ਜਿਹੜੀ ਟ੍ਰੇਨਿੰਗ ਆ ਜਾਂ ਉਹ ਉਸ ਲੈਵਲ ਦੇ ਕੋਚਿਸ ਜਿਹੜੇ ਇੰਟਰਸਟ ਰੱਖਦੇ ਹੋਣ। ਜ਼ਰੂਰੀ ਨਹੀਂ ਕਿ ਕੋਰਸਿਸ ਕਰਨ ਨਾਲ ਕੋਈ ਕੋਰਸ ਬਣ ਜਾਂਦਾ। ਮੈਂ ਪਹਿਲੇ NAS ਨਹੀਂ ਕੀਤੀ ਸੀ, ਮੈਂ ਟ੍ਰੇਨਿੰਗ ਕਰਾਉਣ ਤੋਂ ਬਾਅਦ ਇਹ ਸਾਰੇ ਕੋਰਸ ਕੀਤੇ ਆ। ਕਿਡਸ ਐਥਲੈਟਿਕ ਦਾ, ਵਰਲਡ ਐਥਲੈਟਿਕ ਦਾ ਕੋਰਸ ਕੀਤਾ, ਫਿਰ ਲੈਵਲ 1 ਹੁਣ ਜੇ ਕੀਤਾ, ਫਿਰ ਲੈਵਲ 2 ਕੀਤਾ। ਪਰ ਇਹ ਆ ਕਿ ਇੱਕ ਸ਼ੌਂਕ ਸੀ, ਇੱਕ ਜਜ਼ਬਾ ਸੀ। ਕਦੀ ਹੁਣ ਰਣਵੀਰ ਸਿੰਘ ਸਿੱਧੂ ਸੀ ਨੈਸ਼ਨਲ ਕੋਚ, ਹਰਬੰਸ ਸਿੰਘ ਨੈਸ਼ਨਲ ਕੋਚ ਸੀਗੇ, ਤੇ ਸਰਦਾਰ ਮਹਿੰਦਰ ਸਿੰਘ ਢਿੱਲੋਂ ਸੀ, ਜਾਂ ਹੋਰ ਗਰੇਵਾਲ ਭਾਜੀ ਵੀ ਸੀਗੇ, ਜਿੱਦਾਂ ਉਹਨਾਂ ਨਾਲ ਗੱਲ ਕਰ ਲੈਣੀ। ਮਤਲਬ ਇਹ ਆ ਕਿ ਉਸ ਟੌਪਿਕ 'ਤੇ ਗੱਲਾਂ ਜ਼ਰੂਰ ਕਰਕੇ ਕੋਸ਼ਿਸ਼ ਕੀਤੀ ਆ ਕਿ ਹਾਂ ਵੀ ਕੁਛ ਨਾ ਕੁਛ ਲੱਭਿਆ ਜਾਵੇ। ਤੇ ਅਸਲ ਦੇ ਵਿੱਚ ਇਹ ਸੀ ਕਿ ਅਫਸੋਸ ਹੁੰਦਾ ਸੀ ਕਿ ਪੰਜਾਬ ਦੇ ਜਿੱਥੇ ਥਰੋਅਰ ਮੈਡਲ ਜਿੱਤ ਲੈਂਦੇ ਆ, ਸਾਡੇ ਰਨਰ ਕਿਉਂ ਨਹੀਂ ਜਿੱਤਦੇ। ਅੱਛਾ, ਅੰਕਿਤ ਦੀ ਗੱਲ ਕਰੀਏ, ਕਿਉਂਕਿ ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ, ਕਦੀ ਕੋਈ ਪ੍ਰੋਬਲਮ ਆਈ ਤੁਹਾਨੂੰ ਇਹਨੂੰ ਟ੍ਰੇਨ ਕਰਨ ਦੇ ਲਈ? ਪ੍ਰੋਬਲਮ ਤਾਂ ਥੋੜ੍ਹੀ ਬਹੁਤੀ ਤਾਂ ਹੁੰਦੀ ਆ, ਪਰ ਮਤਲਬ ਉਹਨੂੰ ਜਦੋਂ ਅਸੀਂ ਪਰਫਾਰਮੈਂਸ ਚੰਗੀ ਲੈਣੀ ਹੋਵੇ ਤਾਂ ਉਹ ਪ੍ਰੋਬਲਮਸ ਨਹੀਂ ਲੱਗਦੀਆਂ ਸਾਨੂੰ ਨਾ। ਜਦੋਂ ਫਿਰ ਉਹ ਚੰਗਾ ਭੱਜਦਾ ਫਿਰ ਖੁਸ਼ੀ ਵੀ ਉਨੀ ਹੁੰਦੀ, ਕਿਉਂਕਿ ਜਿੱਡੀ ਵੱਡੀ ਪ੍ਰੋਬਲਮ ਹੋਊਗੀ ਨਾ ਤੁਹਾਨੂੰ ਖੁਸ਼ੀ ਵੀ ਓਡੀ ਵੱਡੀ ਮਿਲੂਗੀ, ਹੈ ਨਾ। ਉਹ ਫਿਰ ਉਹੀ ਗੱਲ ਆ ਕਿ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਖੁਸ਼ੀ ਵਾਲੇ, ਤੇ ਉਹ ਜਿਹੜੇ ਹੰਝੂ ਹੁੰਦੇ ਨਾ ਖੁਸ਼ੀ ਵਾਲੇ, ਉਹ ਮੈਂ ਕਹਿੰਦਾ ਕਿਸੇ ਦੇ ਨਸੀਬ ਹੁੰਦੇ। ਅੱਛਾ ਕੋਚ ਸਾਹਿਬ, ਜਿੱਦਾਂ ਹੁਣ ਆਪਾਂ ਕਹਿੰਦੇ ਆ ਕਿ ਅੰਕਿਤ ਦੇ ਨਾਲ ਤੁਸੀਂ ਟ੍ਰੇਨਿੰਗ ਕਰਦੇ ਆ, ਆਫ ਦਾ ਕੈਮਰਾ ਆਪਾਂ ਗੱਲ ਵੀ ਕੀਤੀ ਸੀ ਕਿ ਜਦੋਂ ਆਪਾਂ ਪਹਿਲਾਂ ਇੰਟਰਵਿਊ ਫਿਕਸ ਕਰ ਰਹੇ ਸੀਗੇ ਕਿ ਇਹ ਕਿਤੇ ਗਿਆ ਹੋਇਆ ਖੇਡਣ, ਉਹ ਕੰਪੀਟੀਸ਼ਨ ਕਿਹੜਾ ਸੀਗਾ ਤੇ ਕੀ ਬਣਿਆ? ਉਹ ਵਰਲਡ ਚੈਂਪੀਅਨਸ਼ਿਪ ਸੀਗੀ ਇਹਦੀ, ਤੇ ਪੋਲੈਂਡ ਦੇ ਵਿੱਚ ਉੱਥੇ ਗਿਆ ਸੀਗਾ। ਪਰ ਉਹ ਇੱਦਾਂ ਹੀ ਉਹਨਾਂ ਦੀ ਨਾ ਹਾਂ ਨਾ ਕਰਕੇ, ਇੱਕ ਤਾਂ ਬਹੁਤ ਲੇਟ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਉੱਥੇ ਜਾਣਾ ਆ। ਫਿਰ ਜਿਹੜੀ ਇਹਨਾਂ ਦੀ ਫਲਾਈਟ ਸੀ, ਜਿੱਦਾਂ ਇਹਦਾ ਇਵੈਂਟ ਸਭ ਤੋਂ ਪਹਿਲਾਂ ਸੀ ਉਹਦੇ ਵਿੱਚ, ਤੇ ਜਿੱਦਾਂ ਇਹ ਸਵੇਰੇ ਹੀ ਉੱਥੇ ਪਹੁੰਚੇ ਆ ਤੇ ਉਸੇ ਦਿਨ ਈਵੈਂਟ ਆ। ਜਦੋਂ ਤੁਸੀਂ ਕੋਈ ਸਫ਼ਰ ਕਰਕੇ ਜਾਂਦੇ ਆ ਨਾ, ਤੇ ਕਿਤੇ ਨਾ ਕਿਤੇ ਤੁਹਾਨੂੰ ਪ੍ਰੋਬਲਮ ਆਉਂਦੀ ਆ ਕਿ ਹਾਂ ਵੀ ਫਟੀਗ ਹੋ ਜਾਂਦੀ ਉਹਦੀ। ਦੂਸਰੀ ਗੱਲ ਇਹ ਆ ਕਿ ਚਲੋ ਇੱਥੇ ਤੱਕ ਲਈ ਕੁਆਲੀਫਾਈ ਕਰਨਾ ਵੀ ਇੱਕ ਵੱਡੀ ਗੱਲ ਆ, ਪਰ ਇਹ ਮੈਡਲ ਵੀ ਜਿੱਤ ਸਕਦਾ ਸੀ ਉੱਥੇ। ਪਰ ਇਹ ਕੁਛ ਕਰੋਨਾ ਦੇ ਕਰਕੇ ਕੁਛ ਗਰਾਊਂਡਸ ਨਹੀਂ ਮਿਲੀਆਂ ਇਹਦੇ ਕਰਕੇ। ਪਰ ਇਹ ਤਾਂ ਮਤਲਬ ਕਈ ਵਾਰੀ ਆਪਾਂ ਬਹਾਨੇ ਵੀ ਕਹਿ ਦਿੰਦੇ ਆ, ਪਰ ਇਹ ਆ ਕਿ ਉੱਥੋਂ ਹੁਣ ਇਹ ਹੋਰ ਜੋਸ਼ ਦੇ ਨਾਲ ਆਇਆ ਕਿ ਆਉਣ ਵਾਲੀ ਓਲੰਪਿਕ ਦੇ ਵਿੱਚ ਮੈਂ ਮੈਡਲ ਜਿੱਤੂੰਗਾ। ਉੱਥੇ ਇਹ ਇੰਨਾ ਵਧੀਆ ਨਹੀਂ ਕਰ ਸਕਿਆ, ਹੈ ਨਾ। ਪਰ ਇੱਕ ਸਪੋਰਟਸ ਦੇ ਵਿੱਚ ਇਹੀ ਆ ਕਿ ਜਦੋਂ ਤੁਸੀਂ, ਇੱਕ ਹੋਰ ਚੀਜ਼ ਹੁੰਦੀ ਆ ਕਿ ਜਦੋਂ ਤੁਸੀਂ ਪਹਿਲੇ ਟੂਰ ਲਾਉਂਦੇ ਨਾ, ਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਕਿ ਹਾਂ ਵੀ ਮੈਨੂੰ ਇੰਡੀਆ ਕਲਰ ਮਿਲ ਗਿਆ, ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ। ਇਸੇ ਕਰਕੇ ਅਸੀਂ ਕਹਿੰਦੇ ਆ ਕਿ ਐਕਸਪੋਜ਼ਰ ਜ਼ਿਆਦਾ ਤੋਂ ਜ਼ਿਆਦਾ ਇੰਟਰਨੈਸ਼ਨਲ ਚਾਹੀਦਾ ਆ, ਕਿ ਉਹ ਤੁਹਾਨੂੰ ਆਮ ਵਾਂਗੂ ਹੋ ਜਾਵੇ। ਜਿੰਨੀ ਦੇਰ ਤੱਕ ਉਹ ਆਮ ਵਾਂਗੂ ਨਹੀਂ ਹੁੰਦਾ ਨਾ, ਉਨੀ ਤੁਸੀਂ ਦੇਖ ਲਓ ਨਾ, ਤੁਸੀਂ ਬਹੁਤ ਵੱਡੇ ਕਿਸੇ ਅਫਸਰ ਦੇ ਸਾਹਮਣੇ ਖੜ੍ਹ ਜਾਓ ਇੱਕਦਮ ਜਾ ਕੇ, ਤੇ ਤੁਹਾਨੂੰ ਸ਼ਾਇਦ ਗੱਲ ਨਹੀਂ ਹੁੰਦੀ। ਇੱਦਾਂ ਹੀ ਕਿਸੇ ਬਹੁਤ ਵੱਡੇ ਕੰਪੀਟੀਸ਼ਨ ਦੇ ਵਿੱਚ ਜਦੋਂ ਤੁਸੀਂ ਚੱਲ ਜਾਂਦੇ ਨਾ, ਤੇ ਤੁਹਾਨੂੰ ਥੋੜ੍ਹਾ ਪਹਿਲੇ ਕਈ ਤਾਂ ਬੰਦੇ ਕਵਰ ਕਰ ਦਿੰਦੇ, ਕਈਆਂ ਨੂੰ ਥੋੜ੍ਹੀ ਪ੍ਰੋਬਲਮ ਆਉਂਦੀ। ਗੁਰਿੰਦਰ ਉਹਨਾਂ ਨੂੰ ਵੀ ਇੱਦਾਂ ਦੀਆਂ ਪ੍ਰੋਬਲਮਸ ਆਈਆਂ, ਪਰ ਹੁਣ ਹੌਲੀ ਜਿੱਦਾਂ ਉਹ ਆਦੀ ਹੋ ਗਏ, ਉਹ ਇੱਕ ਹਊਆ ਤਾਂ ਰਹਿੰਦਾ ਆ, ਪਰ ਫਿਰ ਵੀ ਉਹਦੇ ਆਦੀ ਹੋ ਜਾਂਦੇ, ਉਹਨੂੰ ਸਹਿਣ ਦੇ ਆਦੀ ਹੋ ਜਾਂਦੇ ਆ।
ਕਿ ਦਿਨ ਰਾਤ ਦਾ ਫਰਕ ਹੁੰਦਾ ਇੱਥੋਂ ਜਿੱਦਾਂ ਯੂਰਪ ਦਾ ਵਿੱਚ, ਫਿਰ ਉੱਥੇ ਖਾਣੇ ਦਾ ਕਿੰਨਾ ਫਰਕ ਹੁੰਦਾ। ਤੁਸੀਂ ਉਹ ਖਾਣੇ ਨੂੰ ਇੱਥੇ ਖਾਣਾ ਸ਼ੁਰੂ ਕਰ ਦਿਓ ਥੋੜ੍ਹੀ ਦੇਰ ਪਹਿਲੇ। ਇੱਦਾਂ ਦੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਗਲਤੀਆਂ ਹੁੰਦੀਆਂ ਹੌਲੀ ਹੌਲੀ ਠੀਕ ਹੁੰਦੀਆਂ, ਫਿਰ ਉਹ ਦੂਜੇ ਤੀਜੇ ਕੰਪੀਟੀਸ਼ਨ ਦੇ ਵਿੱਚ ਉਹਨੂੰ ਕਵਰ ਹੋ ਜਾਂਦਾ। ਤੁਸੀਂ ਪਹਿਲੇ ਵੀ ਦੇਖਿਆ ਕਿ ਸਾਰੇ ਐਥਲੀਟ ਆ ਜਿਹੜੇ ਉਹ ਵੀ ਇੱਦਾਂ ਹੀ ਆ ਕਿ ਹੁਣ ਨੀਰਜ ਚੋਪੜਾ ਜੀ ਦੀ ਵੀ ਪਹਿਲੀ ਓਲੰਪਿਕ ਖੁੰਝ ਗਈ ਸੀ ਹੈ ਨਾ, ਤੇ ਇੱਦਾਂ ਹੀ ਆ ਕਿ ਕਈ ਵਾਰੀ ਟਾਈਮ ਸਿਰ ਤੁਸੀਂ ਪੀਕ ਨਹੀਂ ਲੈ ਪਾਉਂਦੇ। ਹੌਲੀ ਹੌਲੀ ਮਤਲਬ ਅਸੀਂ ਗਰੋ ਕਰਦੇ ਹਾਂ। ਅੱਛਾ, ਜਦੋਂ ਆਪਾਂ ਅੰਕਿਤ ਦੀ ਗੱਲ ਕਰਦੇ ਹਾਂ ਕਿ ਇੰਟਰਨੈਸ਼ਨਲ ਮੈਚ ਖੇਲਣਾ ਬਹੁਤ ਜ਼ਰੂਰੀ ਹੋ ਜਾਂਦੇ ਨੇ, ਜੋ ਤੁਸੀਂ ਕੁਆਲੀਫਾਈ ਦੀ ਕਹਿੰਦੇ ਆ ਓਲੰਪਿਕ ਦੇ ਲਈ, ਤੇ ਇਹ ਕਿਵੇਂ ਕਰੇਗਾ ਕੁਆਲੀਫਾਈ, ਜਾਂ ਇਹਦੇ ਕੋਲੇ ਹੈ ਪੁਆਇੰਟ ਉਹ? ਹਾਂਜੀ, ਨਹੀਂ ਉਹ ਕੁਆਲੀਫਾਈ ਤਾਂ ਮਤਲਬ ਪਹਿਲੇ ਹੀ ਇਹ ਉਸ ਟਾਈਮ ਕੱਢ ਚੁੱਕਾ ਆ, ਉਹਨੇ ਟਾਈਮ ਕੱਢ ਚੁੱਕਾ, ਤੇ ਮੈਨੂੰ ਲੱਗਦਾ ਤੇ ਉਹ ਫਿਰ ਜਦੋਂ ਦੁਬਾਰਾ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਆ ਡੈਫ ਐਂਡ ਡੰਪ ਦੀ, ਤੇ ਉਹ ਜਦੋਂ ਵੀ ਟ੍ਰਾਇਲ ਲਏਗੀ ਤੇ ਉਹ ਅਸੀਂ ਉਸ ਤੋਂ ਚੰਗੀ ਤਿਆਰੀ ਕਰ ਰਹੇ ਹਾਂ, ਕਿਉਂਕਿ ਪਿਛਲੀ ਵਾਰੀ ਤਾਂ ਕਰੋਨਾ ਦੇ ਕਾਰਨ ਸਾਨੂੰ ਕੁਝ ਟਾਈਮ ਵੀ ਘੱਟ ਮਿਲਿਆ। ਬਾਕੀ ਸਪੋਰਟਸ ਜੀ ਥੋੜ੍ਹੀ ਪਰਮਾਤਮਾ ਦੇ ਹੱਥ ਵੀ ਆ, ਸਾਡਾ ਕਹਿੰਦੇ ਉਹ ਵੀ ਮਾਲੀ ਦਾ ਕੰਮ ਪਾਣੀ ਦੇਣਾ ਭਰ ਮੁਸ਼ਕਾਂ ਪਾਵੇ, ਤੇ ਮਾਲਕ ਦਾ ਕੰਮ ਫਲ ਫੁੱਲ ਆਉਣਾ, ਲਾਵੇ ਜਾਂ ਨਾ ਲਾਵੇ, ਪਰ ਅਸੀਂ ਮਾਲਕ ਦੇ ਅੱਗੇ ਦੁਆ ਕਰਦਾ ਕਿ ਸਾਡੇ ਪੰਜਾਬ ਨੂੰ ਗੁਲਾਬ ਵਾਂਗ ਰੱਖੇ ਤੇ ਫੁੱਲ ਲਾਵੇ। ਇਹੋ ਜਿਹੇ ਸਾਰੇ ਹੋਰ ਕੀ ਚੰਗੀ ਪਰਫਾਰਮੈਂਸ ਦੇਣ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਤੰਦਰੁਸਤ ਤੇ ਸਵਸਥ ਬਣੀ ਰਹੇ। ਅੱਛਾ ਕੋਚ ਸਾਹਿਬ, ਅੰਕਿਤ ਪੰਜਾਬ ਨੂੰ ਰਿਪਰੈਜ਼ੈਂਟ ਕਰੂਗਾ ਜਦੋਂ ਇਹ ਓਲੰਪਿਕਸ ਖੇਡੂਗਾ, ਜਾਂ ਕਿੱਦਾਂ? ਇਹ ਤਾਂ ਉਹਦੇ ਇੰਡੀਆ ਰਿਪਰੈਜ਼ੈਂਟੇਸ਼ਨ ਹੁੰਦੀ, ਪਰ ਪੰਜਾਬ ਦਾ ਨਾਮ ਤੇ ਹੈ ਤੁਸੀਂ। ਹਾਂਜੀ, ਇਹ ਕਿਉਂਕਿ ਲਾਇਲਪੁਰ ਖਾਲਸਾ ਕਾਲਜ ਦੀ ਐਡਮਿਸ਼ਨ ਆ ਹੁਣ ਸਾਡੇ ਪੰਜਾਬ ਦੇ ਨਾਲ, ਇਸ ਕਰਕੇ ਵੀ ਜੁੜਿਆ ਹੋਇਆ। ਬਾਕੀ ਮੇਰੀ ਸੋਚ ਥੋੜ੍ਹੀ ਜਿਹੀ ਅਲੱਗ ਆ ਸਪੋਰਟਸ ਦੇ ਵਿੱਚ ਨਾ, ਕਿਉਂਕਿ ਮੈਂ ਆਪਣੇ ਸਿੱਖ ਧਰਮ ਤੋਂ ਵੀ ਕਾਫੀ ਪ੍ਰਭਾਵਿਤ ਹਾਂ। ਠੀਕ ਆ, ਮੈਂ ਬਾਲ ਕਟਵਾਏ ਹੋਏ ਆ, ਪਰ ਜਦੋਂ ਮੈਂ ਦੇਖਦਾ ਕਿ ਜਦੋਂ 5 ਪਿਆਰੇ ਸਾਡੇ ਆਏ ਸੀ, ਕੁਝ ਹਸਤਨਾਪੁਰ ਤੋਂ ਆਏ ਸੀ, ਕੁਝ ਗੁਜਰਾਤ ਤੋਂ ਆਏ ਸੀ ਹੈ ਨਾ, ਕੁਝ ਲਾਹੌਰ ਤੋਂ ਆਏ ਸੀ, ਅਲੱਗ-ਅਲੱਗ ਤਰ੍ਹਾਂ ਤੋਂ, ਤੇ ਚੰਗੇ ਬੰਦੇ ਕਿਤੋਂ ਵੀ ਆ ਸਕਦੇ ਹੋ, ਤੇ ਕਿਤੇ ਵੀ ਆ ਕੇ ਜਾਗ ਲਗਾ ਸਕਦੇ। ਮੈਂ ਤਾਂ ਇਹ ਸੋਚਦਾ ਹੁੰਦਾ ਕਿ ਇੱਕ ਮੈਨੂੰ ਮੌਕਾ ਮਿਲਿਆ, ਮੇਰੇ ਕੋਲ ਬਹੁਤ ਹਰਿਆਣੇ ਤੋਂ ਹੋਰ ਵੀ ਆਏ ਆ ਬੱਚੇ, ਪਰ ਮੈਂ ਉਹਨਾਂ ਨਾਲ ਸਿੱਖ ਇਤਿਹਾਸ ਦੀਆਂ ਗੱਲਾਂ ਇਸ ਕਰਕੇ ਕਰਦਾ ਕਿਉਂਕਿ ਜਿਹੜੇ ਸਿੱਖ ਧਰਮ ਬਣਿਆ ਆ ਉਹ ਅਲੱਗ-ਅਲੱਗ ਧਰਮਾਂ ਨੂੰ ਇਕੱਠਾ ਕਰਕੇ ਇੱਕ ਬਣਿਆ, ਉਹਨਾਂ ਦੇ ਵਿੱਚੋਂ ਜਿਹੜੇ ਜੁਝਾਰੂ ਬੰਦੇ ਸੀ ਬਣਿਆ। ਕਿ ਅੱਜ ਅਸੀਂ ਆਪਣੇ ਧਰਮ ਨੂੰ ਫੈਲਾਉਣ ਦਾ ਇਹ ਤਰੀਕਾ ਨਹੀਂ ਹੋ ਸਕਦਾ ਕਿ ਜੇ ਸਾਡੇ ਕੋਲ ਕੋਈ ਬੱਚੇ ਆਉਣ ਤੇ ਅਸੀਂ ਆਪਣੇ ਧਰਮ ਬਾਰੇ ਉਹਨਾਂ ਨੂੰ ਦੱਸਿਆ ਜਾਵੇ, ਕਿਉਂਕਿ ਮਸ਼ੀਨਰੀ ਕ੍ਰਿਸਚਨ ਮਸ਼ੀਨਰੀ ਵੀ ਇਹੀ ਕੰਮ ਕਰ ਰਹੀ ਆ, ਪਰ ਅਸੀਂ ਉਹਨੂੰ ਚੰਗੇ ਢੰਗ ਦੇ ਨਾਲ ਕਰ ਸਕਦੇ ਹਾਂ। ਉਹਨਾਂ ਵੀ ਐਜੂਕੇਸ਼ਨ ਦੇ ਰਹੇ ਆ, ਹੋਰ ਵੀ ਕਈ ਧਰਮ ਆ ਜਿਹੜੇ ਆਪਣੇ ਐਜੂਕੇਸ਼ਨ ਇੱਦਾਂ ਦੇ ਰਹੇ, ਤੇ ਅਸੀਂ ਸਪੋਰਟਸ ਨੂੰ ਵੀ ਇਸ ਲਈ ਵੀ, ਕਿਉਂਕਿ ਸਾਡਾ ਧਰਮ ਬਹੁਤ ਮਤਲਬ ਬੜੇ ਯੋਧੇ ਹੋਏ ਆ, ਬੜੇ ਲੋਕਾਂ ਨੂੰ ਪਤਾ ਹੀ ਨਹੀਂ, ਤੇ ਉਹ ਮੈਂ ਇਹ ਭਾਵੇਂ 2 ਬੰਦਿਆਂ ਨੂੰ ਜਾਂ 4 ਬੰਦਿਆਂ ਨੂੰ ਜਿਹੜੇ ਮੇਰੇ ਕੋਲ ਆਉਂਦੇ ਆ, ਜਾਂ 10 ਆਉਂਦੇ 20 ਆਉਂਦੇ, ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਜ਼ਰੂਰ ਆਪਣੇ ਯੋਧਿਆਂ ਬਾਰੇ ਦੱਸਾਂ ਤੇ ਆਪਣੇ ਗੁਰੂਆਂ ਬਾਰੇ ਦੱਸਾਂ ਕਿ ਜਿਨ੍ਹਾਂ ਨੇ ਮਾਨਵ ਦੀ ਜਾਤ ਸਭ ਇੱਕੋ ਪਹਿਚਾਨ ਉਹਦਾ ਨਾਅਰਾ ਦਿੱਤਾ, ਤੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਪੰਜਾਬ ਦੀ ਧਰਤੀ ਕਿਹਨਾਂ ਲੋਕਾਂ ਦੀ ਧਰਤੀ ਹੈ। ਵਾਕਈ ਇਹ ਮੈਨੂੰ ਲੱਗਦਾ ਕਿ ਇਹਨਾਂ ਨੂੰ ਨਾ ਪੈਕੇਜ ਮਿਲ ਗਿਆ ਇੱਕ ਤੁਹਾਡੇ ਰੂਪ ਦੇ ਵਿੱਚ ਨਾ, ਬੱਚਿਆਂ ਨੂੰ, ਕਿ ਹਰ ਚੀਜ਼ ਜਿਹੜੀ ਆ ਤੁਸੀਂ ਇਹਨਾਂ ਨੂੰ ਦੱਸਦੇ ਹੋ। ਇੱਕ ਬਹੁਤ ਜ਼ਰੂਰੀ ਗੱਲ ਆ ਵੀ ਕਿ ਇਨਸਾਨੀਅਤ ਜ਼ਰੂਰ ਸਿਖਾ ਦਈਏ ਨਾ, ਚਾਹੇ ਰਿਕਾਰਡ ਬਣਨ ਨਾ ਬਣਨ। ਈਵੈਂਟ ਕਿਹੜਾ ਹੋਊਗਾ ਅੰਕਿਤ ਦਾ, ਕਿਹੜਾ ਓਲੰਪਿਕਸ? 100 ਮੀਟਰ ਤੇ 200 ਮੀਟਰ ਕਰੂਗਾ। ਪਿਛਲੀ ਵਾਰੀ ਸਿਰਫ 100 ਕੀਤੀ ਸੀ ਕਿਉਂਕਿ ਟ੍ਰੇਨਿੰਗ ਥੋੜੀ ਘੱਟ ਸੀਗੀ, ਪਰ ਹੁਣ ਬਹੁਤ ਵਧੀਆ ਟ੍ਰੇਨਿੰਗ ਕਰ ਰਹੀ ਹੈ। ਇੱਕ ਦੂਸਰੀ ਗੱਲ ਆ ਕਿ ਇਹਦੇ ਨਾਲ ਦੇ ਇਹਦੇ ਜਿਹੜੇ ਜੋੜੀਦਾਰ ਆ ਜਾਂ ਇਹਦੇ ਨਾਲ ਦੇ ਪਲੇਅਰ ਆ, ਉਹ ਗੁਰਿੰਦਰ ਵੀਰ ਵਰਗੇ, ਲਵਪ੍ਰੀਤ ਵਰਗੇ, ਜਿਨ੍ਹਾਂ ਨੇ ਸੀਨੀਅਰ ਦੇ ਵਿੱਚੋਂ ਇਸ ਟਾਈਮ ਪਹਿਲੀਆਂ 3 ਰੈਂਕਿੰਗ ਹੀ ਸਾਡੀ ਚੱਲ ਰਹੀਆਂ, ਹਰਜੀਤ ਸਿੰਘ, ਲਵਪ੍ਰੀਤ, ਗੁਰਿੰਦਰ ਵੀਰ ਸੀਨੀਅਰ ਦੇ ਵਿੱਚੋਂ, ਤੇ ਉਹਨਾਂ ਦੇ ਨਾਲ ਟ੍ਰੇਨਿੰਗ ਦਾ ਵੀ ਇਹਨੂੰ ਕਾਫੀ ਬੈਨੀਫਿਟ ਮਿਲੂਗਾ, ਕਿਉਂਕਿ ਜੇ ਮੈਂ ਇਹਨੂੰ ਇਕੱਲੇ ਨੂੰ ਕਰਾਵਾਂ ਤਾਂ ਮੈਨੂੰ ਦੱਸਣਾ ਮੁਸ਼ਕਲ ਹੋ ਜਾਊਗਾ, ਪਰ ਜਦੋਂ ਇਹ ਦੇਖਦੇ ਆ ਕਿਸੇ ਨੂੰ, ਉਹਨੂੰ ਦੇਖ ਕੇ, ਕਿਉਂਕਿ ਦੇਖ ਕੇ ਸਿੱਖਦਾ, ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਬੱਚਾ ਥਾਪੀ ਫੜਦਾ ਨਾ, ਉਹ ਵੀ ਬੈਟ ਨੂੰ ਫੜਨ ਦੇ ਹਿਸਾਬ ਨਾਲ ਫੜਦਾ, ਤੇ ਯੂਰਪ ਦੇ ਵਿੱਚ ਜਿਹੜਾ ਬੱਚਾ ਫੁੱਟਬਾਲ ਨੂੰ ਕਿੱਕ ਕਰਦਾ ਨਾ, ਉਹ ਬਿਲਕੁਲ ਫੁੱਟਬਾਲ ਦੀ ਕਿੱਕ ਮੰਗ ਕਰਦਾ, ਤੇ ਇਸੇ ਕਰਕੇ ਮਤਲਬ ਦੇਖਣ ਦਾ ਵੀ ਬਹੁਤ ਪ੍ਰਭਾਵ ਪੈਂਦਾ। ਮੇਰਾ ਤਾਂ ਇਹ ਵੀ ਮੰਨਣਾ ਹੈ ਕਿ ਵੱਡੇ ਸਟੇਡੀਅਮ ਦੀ ਬਜਾਏ ਜੇ ਜਾਲੀਆਂ ਲਾ ਕੇ ਇਸ ਗਰਾਊਂਡਾਂ ਬਣਾ ਦਿੱਤੀਆਂ ਜਾਣ ਜਿਹੜੀਆਂ ਦਿਸਣ, ਬੱਚੇ ਉੱਧਰ ਪ੍ਰੇਰਿਤ ਹੋਣ, ਕਿਉਂਕਿ ਦਿਖਣਾ ਬਹੁਤ ਜ਼ਰੂਰੀ ਹੈ। ਤੇ ਆ ਵੀ ਤੁਹਾਡਾ ਵੀ ਕੰਮ ਆ ਜਿਹੜਾ ਤੁਸੀਂ ਸਾਨੂੰ ਦਿਖਾ ਰਹੇ ਆ, ਲੋਕਾਂ ਤੱਕ ਪਹੁੰਚਾ ਰਹੇ ਆ, ਤੇ ਬੜੇ ਲੋਕ ਇੰਟਰਵਿਊ ਸੁਣ ਕੇ ਗੁਰਿੰਦਰ ਹੋਣਾ ਦੀ ਆਉਂਦੇ ਆ ਕਿ ਹਾਂ ਵੀ ਅਸੀਂ ਗੇਮ ਕਰਨੀ ਆ, ਫਿਰ ਉਹਨਾਂ ਨੂੰ ਸਲਾਹ ਦੇ ਦਈਦੀ ਅਸੀਂ ਕਿ ਤੁਸੀਂ ਕਿੱਦਾਂ ਦੀ ਕਰ ਸਕਦੇ ਬੱਚੇ ਨੂੰ। ਉਹ ਕਹਿੰਦੇ ਸਾਡਾ 8 ਸਾਲ ਦਾ ਬੱਚਾ, ਅਸੀਂ ਉਹਨੂੰ ਕੀ ਕਰਾਉਣਾ ਚਾਹੀਦਾ, ਸਾਡਾ 11 ਸਾਲ ਦਾ ਬੱਚਾ, ਉਹਨੂੰ ਕੀ ਕਰਾਉਣਾ ਚਾਹੀਦਾ। ਤੇ ਮੈਂ ਤੁਹਾਡੇ ਟੀਵੀ ਦੇ ਮਾਧਿਅਮ ਦੇ ਨਾਲ ਇਹ ਵੀ ਦੱਸਦਾ ਹਾਂ ਕਿ ਜਿਹੜੀਆਂ ਸਾਡੀਆਂ ਰਿਵਾਇਤੀ ਖੇਡਾਂ ਸੀ, ਜੇ ਕਿਸੇ ਕੋ ਕੁਛ ਨਹੀਂ ਸਮਝ ਆਉਂਦੀ, ਉਹਦੇ ਕੋਲ ਕੋਈ ਕੋਚ ਨਹੀਂ, ਕੁਛ ਨਹੀਂ, ਉਹ ਲੰਗੜੀ ਲੱਤ ਖਿਡਾਵੇ, ਉਹ ਛੂਛ ਛਪਾਈ ਖਿਡਾਵੇ, ਪਰ ਬੱਚੇ ਨੂੰ ਫਿੱਟ ਜ਼ਰੂਰ ਰੱਖਣ, ਕਿਉਂਕਿ ਜਿਹਦੇ 'ਚ ਟੈਲੈਂਟ ਆ ਉਹ ਜਦੋਂ ਸਾਹਮਣੇ ਆ ਜਾਣਾ ਆ, ਇਹ ਨਾ ਹੋਵੇ ਕਿ ਉਹਨੇ ਕੁਛ ਕੀਤਾ ਨਾ ਹੋਵੇ ਬਚਪਨ ਦੇ ਵਿੱਚ।
ਉਹੀ ਘਾੜਨਾ ਬਹੁਤ ਜ਼ਰੂਰੀ ਆ। ਅੱਛਾ ਹੁਣ ਦੁਬਾਰਾ ਅੰਕਿਤ ਵੱਲ ਆਉਂਦੇ ਆ। ਅੰਕਿਤ ਦੀ ਟ੍ਰੇਨਿੰਗ ਦੇ ਲਈ ਕੀ ਖਾਸ ਕਰਦੇ ਹੋ ਤੁਸੀਂ? ਖਾਸ ਇਹੀ ਆ ਕਿ ਬਾਕੀ ਤਾਂ ਸਭ ਕੁਝ ਠੀਕ ਆ। ਇੱਕ ਸਟਾਰਟ ਦੀ ਪ੍ਰੋਬਲਮ ਹੁੰਦੀ ਆ ਕਿ ਸਟਾਰਟ ਜਿੱਦਾਂ ਲੋਕਾਂ ਨੇ ਗੋਲੀ ਸੁਣ ਕੇ ਭੱਜਣਾ ਤੇ ਇਹਨਾਂ ਨੂੰ ਇਸ਼ਾਰੇ ਦੇ ਨਾਲ ਭਜਾਉਣਾ ਪੈਂਦਾ। ਉਹ ਮੈਨੂੰ ਵੀ ਕਈ ਵਾਰੀ ਭੁੱਲ ਜਾਂਦਾ। ਕਈ ਵਾਰੀ ਤਾਂ ਮੈਂ ਇਹਨੂੰ ਵਿਸਲ ਮਾਰ ਦਿੰਦਾ ਤੇ ਮੈਂ ਗੁਰਿੰਦਰ ਉਹਨਾਂ ਨੂੰ ਇਸ਼ਾਰਾ ਕਰ ਦੇਣਾ, ਕਿਉਂਕਿ ਕਈ ਵਾਰੀ ਫੋਕਸ ਹੁੰਦਾ ਕਈ ਚੀਜ਼ ਤੇ ਨਾ, ਤੇ ਉਹ ਫੋਕਸ ਦੇ ਵਿੱਚ ਕਈ ਵਾਰੀ ਤੁਸੀਂ ਭੁੱਲ ਜਾਂਦੇ ਆ ਹਨਾ ਇਹ ਚੀਜ਼ਾਂ ਨੂੰ। ਤੇ ਕੁਝ ਚੀਜ਼ਾਂ ਫਿਰ ਇਹ ਸਮਝਣ ਵੀ ਲੱਗ ਪਿਆ, ਕਿਉਂਕਿ ਇੱਕ ਟਾਈਮ ਪੀਰੀਅਡ ਪਾ ਕੇ ਤੁਸੀਂ ਇੱਕ ਦੂਜੇ ਦੇ ਹਾਵ ਭਾਵ ਸਮਝਣ ਲੱਗ ਪਏ ਨੇ। ਹੁਣ ਲਗਭਗ ਸਾਰੇ ਬੱਚੇ ਇਹਨਾਂ ਗੱਲ ਕਰ ਲੈਂਦੇ ਆ ਕਿਸੇ ਤਰ੍ਹਾਂ, ਜਿਹੜੀ ਨਹੀਂ ਆ ਉਹ ਮੋਬਾਈਲ ਤੇ ਟਾਈਪ ਕਰਕੇ ਸਮਝਾ ਦਿੰਦਾ ਆ। ਤੇ ਉਹ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ। ਸਮਾਂ ਜ਼ਰੂਰ 1-2 ਮਿੰਟ ਐਕਸਟਰਾ ਲੱਗ ਸਕਦੇ ਆ, ਪਰ ਉਹ ਏਡਾ ਮਾਇਨਾ ਨਹੀਂ ਜਦੋਂ ਇਹ ਸਮਝਦਾਰ ਆ। ਵੈਸੇ ਇਹ ਸਮਝਦਾਰ ਆ, ਕਿਉਂਕਿ ਰੱਬ ਕਹਿੰਦੇ ਇੱਕ ਚੀਜ਼ ਲੈਂਦਾ ਤੇ ਦੂਜੀ ਦੇ ਦਿੰਦਾ ਆ। ਤੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਉਹਨਾਂ 'ਚ ਸਮਝਣ ਦੀ ਸ਼ਕਤੀ ਵੀ ਉਨੀ ਪਰਮਾਤਮਾ ਦੇ ਦਿੰਦਾ ਤੇ ਇਹ ਜਲਦੀ ਸਮਝ ਜਾਂਦਾ। ਕਈ ਵਾਰੀ ਤਾਂ ਮਤਲਬ ਮੋਬਾਈਲ 'ਤੇ ਵੀ ਨਹੀਂ ਸਮਝਾਉਣਾ ਪੈਂਦਾ, ਥੋੜ੍ਹਾ ਦੱਸੋ, ਕਿਉਂਕਿ ਟੌਪਿਕ ਤਾਂ ਉਹੀ ਆ ਸਾਡਾ ਸਪੋਰਟਸ ਆ, ਹੈ ਨਾ। ਅੱਛਾ ਡਾਈਟ ਦੀ ਗੱਲ ਆਪਾਂ ਨਾ, ਮੈਂ ਸੋਚਿਆ ਸੀ ਕਿ ਜਦੋਂ ਅੱਜ ਮੈਂ ਜਾਊਂਗਾ ਨਾ ਡਾਈਟ ਜ਼ਰੂਰ ਪੁੱਛੂੰਗਾ। ਐਥਲੀਟ ਨੂੰ ਕਿੱਦਾਂ ਦੀ ਡਾਈਟ ਦੇਣੀ ਚਾਹੀਦੀ ਹੈ? ਮੈਂ ਤੁਹਾਡੇ ਬਲੌਗਸ ਵੀ ਦੇਖਣ ਡਿਆ ਸੀਗਾ, ਤੁਸੀਂ ਕੁਝ ਰੱਖਿਆ ਵੀ ਸੀਗਾ। ਹਾਂਜੀ ਹਾਂਜੀ, ਇਹਦੇ ਵਿੱਚ ਨਾ ਦੇਖੋ ਜੀ, ਪ੍ਰੋਟੀਨ ਇੱਕ ਬਹੁਤ ਜ਼ਰੂਰੀ ਸਾਡੇ ਲਈ ਆ, ਪਰ ਕੱਲਾ ਪ੍ਰੋਟੀਨ ਕੰਮ ਨਹੀਂ ਕਰਦਾ। ਉਹਦੇ ਨਾਲ ਕਾਰਬਸ ਵੀ ਚਾਹੀਦੇ ਆ, ਉਹਦੇ ਨਾਲ ਫਾਈਬਰ ਵੀ ਚਾਹੀਦੇ ਆ, ਉਹਦੇ ਨਾਲ ਸਾਨੂੰ ਹੋਰ ਵੀ ਚੀਜ਼ਾਂ ਜਿਹੜੀਆਂ ਚਾਹੀਦੀਆਂ, ਫੈਟ ਵੀ ਚਾਹੀਦੀ ਆ। ਤੇ ਉਹ ਫਿਰ ਇਹ ਆ ਕਿ ਤੁਸੀਂ ਡਾਈਟ ਜਿੱਦਾਂ ਕਈ ਵਾਰੀ ਆਪਣੇ ਹੁਣ ਬੱਚੇ ਕਈ ਇੱਥੇ ਚੰਗੇ ਐਥਲੀਟ ਵੀ ਆ ਸਾਡੇ, ਉਹ ਜਿੱਦਾਂ ਸ਼ਨੀਵਾਰ ਘਰ ਜਾਂਦੇ ਹੁੰਦੇ ਸੀ, ਜਿੱਦਾਂ ਸੈਟਰਡੇ ਨੂੰ ਜਾਣਾ, ਗੁਰਿੰਦਰ ਹੀ ਲਾ ਲਓ, ਉਹ ਘਰਦਿਆਂ ਨੇ ਕਹਿਣਾ ਵੀ ਹੁਣ ਸ਼ਨੀਵਾਰ ਆਇਆ, ਇਹਨੂੰ ਅੱਜ ਘਰ ਦੀ ਡਾਈਟ ਖਵਾ ਦਈਏ। ਉਹ ਤੇ ਉਹ ਓਵਰ ਡਾਈਟ ਖਵਾ ਦੇਣੀ, ਉਹਦੇ ਨਾਲ ਫਿਰ ਕਈ ਵਾਰੀ ਪੇਟ ਖਰਾਬ ਹੋ ਜਾਣਾ ਜਾਂ ਕੁਝ ਹੋ ਜਾਣਾ, ਜੇ ਹੋਰ ਕੋਈ ਚੀਜ਼ ਇੱਦਾਂ ਜ਼ਿਆਦਾ ਖਵਾਤੀ। ਇਹ ਡਾਈਟ ਦਾ ਇਹ ਹੈ ਜੀ, ਇਹਨੂੰ ਸਾਰੀ ਡਾਈਟ ਨੂੰ ਕਿ ਤੁਹਾਡੀ ਅੱਜ ਟ੍ਰੇਨਿੰਗ ਕਿੱਦਾਂ ਦੀ ਆ, ਜੇ ਤੁਸੀਂ ਲੌਂਗ ਵਰਕ ਕੀਤਾ, ਤੁਸੀਂ ਕਾਰਬਸ ਕਿੰਨੇ ਲੈਣੇ ਆ, ਤੁਸੀਂ ਪ੍ਰੋਟੀਨ ਕਿੰਨੇ ਲੈਣੇ ਆ, ਇਹ ਅੰਦਾਜ਼ੇ ਦੇ ਨਾਲ ਅਸੀਂ ਦਿਨ ਦੇ ਵਿੱਚ ਕਮ ਸੇ ਕਮ 6 ਡਾਈਟ ਸਾਨੂੰ ਚਾਹੀਦੀਆਂ ਆ। ਤੇ ਇਹਦੇ ਵਿੱਚ ਇਹਨਾਂ ਨੂੰ ਅਸੀਂ ਗਾਈਡ ਕਰਦੇ ਰਹੀਦਾ ਕਿ ਅੱਜ ਕੀ ਆ, ਨਟਸ ਹੋਣੇ ਚਾਹੀਦੇ ਆ ਤੁਹਾਡੇ, ਫਿਰ ਫਰੂਟਸ ਹੋਣੇ ਚਾਹੀਦੇ ਆ ਮਿਕਸ, ਅਲੱਗ-ਅਲੱਗ ਫਰੂਟ ਦੀ ਅਲੱਗ-ਅਲੱਗ ਮਹੱਤਵ ਆ। ਜੇ ਉਹ ਯੈਲੋ ਰੰਗ ਦਾ ਤੇ ਉਹਦੇ ਵਿੱਚ ਕੀ ਆ, ਜੇ ਉਹ ਬਨਾਨਾ ਆ ਵਾਈਟ ਰੰਗ ਦਾ ਆ ਤੇ ਉਹਦੇ ਵਿੱਚ ਕੀ ਕਿੱਦਾਂ ਦੀ ਆ, ਜੇ ਹਰੇ ਰੰਗ ਦਾ ਫਰੂਟ ਆ ਤੁਸੀਂ ਇਹਦੇ ਕਰਕੇ ਮਿਕਸ ਫਰੂਟ, ਸਾਰੀਆਂ ਇਹ ਚੀਜ਼ਾਂ ਇਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ। ਤੇ ਦੂਸਰੀ ਗੱਲ ਕਿ ਟ੍ਰੇਨਿੰਗ ਤੋਂ ਇਮੀਡੀਏਟਲੀ ਬਾਅਦ ਜ਼ਰੂਰ ਕੁਝ ਖਾਣਾ ਚਾਹੀਦਾ, ਕਿਉਂਕਿ ਤੁਹਾਡੀ ਉਹ ਰਿਕਵਰੀ ਫਾਸਟ ਹੋ ਸਕੇ। ਕਿਉਂਕਿ ਵੈਸੇ ਤਾਂ ਮੈਂ ਹਰ ਚੀਜ਼ ਦੇ ਵਿੱਚ ਨਾ ਆਪਣੇ ਜੋ ਬਜ਼ੁਰਗਾਂ ਨੇ ਸਿਸਟਮ ਬਣਾਏ ਸੀ ਨਾ, ਉਹਨੂੰ ਜ਼ਰੂਰ ਫੋਲੋ ਕਰਦਾ, ਕਿ ਜਿੱਦਾਂ ਸਾਡੇ ਵਿੱਚ ਹੁੰਦੇ ਸੀ ਕਿ ਇੱਕੋ ਤਰ੍ਹਾਂ ਦਾ ਪ੍ਰੋਟੀਨ ਨਹੀਂ ਖਾਣਾ। ਅੱਜ ਕੱਲ੍ਹ ਬੜਾ ਚੱਲਣ ਆ ਗਿਆ ਕਿ ਪ੍ਰੋਟੀਨ ਡੱਬੇ ਖਾਈ ਚੱਲੋਗੇ, ਡੱਬੇ ਖਾਈ ਚੱਲੋ। ਉਸ ਤੋਂ ਬਾਅਦ ਮੈਂ ਦੇਖ ਰਿਹਾ ਉਹਦੇ ਨਾਲ ਕਈ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਗੈਸਟ੍ਰਿਕ ਦੀ, ਕਿਉਂਕਿ ਜੋ ਨੈਚੁਰਲ ਚੀਜ਼ ਬਣੀ ਉਹ ਨੈਚੁਰਲੀ ਆ, ਹੈ ਨਾ। ਉਹ ਸਾਡੇ ਹੁੰਦਾ ਸੀ ਕਿ ਸੋਮਵਾਰ ਨੂੰ ਛੋਲੇ ਬਣਾ ਲਓ, ਮੰਗਲਵਾਰ ਨੂੰ ਰਾਜਮਾ ਬਣਾ ਲਓ, ਇੱਕ ਦਿਨ ਦਾਲ ਬਣਾ ਲਓ। ਇਹ ਸਾਰੇ ਪ੍ਰੋਟੀਨ ਦੇ ਬਹੁਤ ਵਧੀਆ ਸੋਰਸ ਆ ਸਾਡੇ ਕੋਲ। ਪਰ ਜਿਹੜਾ ਇੱਕ ਮੈਨੂੰ ਲੱਗਦਾ ਕਿ ਇੱਕ ਵਪਾਰਕ ਸੰਗਠਨ ਆ ਜਿਹੜੇ, ਜਾਂ ਕੋਈ ਜਗਤ ਆ, ਜਾਂ ਕਿਹਨਾਂ ਨੇ ਉਹਨਾਂ ਨੇ ਇੱਦਾਂ ਦਾ ਹਊਆ ਬਣਾ ਦਿੱਤਾ ਕਿ ਉਹ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹ ਪ੍ਰੋਟੀਨ ਦੇ ਡੱਬਿਆਂ ਖਾਦਿਆਂ ਤੋਂ ਬਗੈਰ ਗੱਲ ਨਹੀਂ ਬਣਦੀ। ਕਿ ਅਸੀਂ ਵੀ ਈਜ਼ੀ ਚਾਹੁੰਦੇ ਹਾਂ, ਕਿ ਆਪਣੇ ਆਪ ਨੂੰ ਸੈਟੀਸਫਾਈਡ ਕਰਨਾ ਚਾਹੁੰਦੇ ਕਿ 2 ਚਮਚ ਲੈ ਲਏ ਤੇ ਸਾਡਾ ਦਿਨ। ਪਰ ਨੈਚੁਰਲ ਡਾਈਟ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਆ। ਨੈਚੁਰਲ ਡਾਈਟ ਹੀ ਸਹੀ ਤਰੀਕੇ ਦੇ ਨਾਲ ਕੰਮ ਕਰਦੀ ਆ, ਤੇ ਉਹ ਸਹੀ ਕਿਸੇ ਡਾਈਟੀਸ਼ੀਅਨ ਤੋਂ ਮਿਲ ਜਾਵੇ। ਅਸੀਂ ਹੁਣ ਵੀ ਫਰੀਦਾਬਾਦ ਜਾ ਰਹੇ, ਮਾਨਵ ਰਚਨਾ ਯੂਨੀਵਰਸਿਟੀ ਨੇ ਸਾਨੂੰ ਸਪੋਂਸਰ ਕੀਤਾ ਆ, ਤੇ ਉਹਨਾਂ ਨੇ ਸਾਰੇ ਇਹਨਾਂ ਦੇ ਚੈੱਕਅਪ ਲੈਣਗੇ ਕਿ ਕਿਹਨੂੰ ਪ੍ਰੋਟੀਨ ਦੀ ਘਾਟ ਆ, ਕਿਸੇ ਨੂੰ ਕੈਲਸ਼ੀਅਮ ਦੀ ਜਾਂ ਆਇਰਨ ਦੀ, ਜਾਂ ਤੁਹਾਡਾ ਬਾਇਓਮਕੈਨਿਕਸ 'ਤੇ ਵੀ ਕੰਮ ਕਰ ਰਹੇ ਕਿ ਕੌਣ ਸਿੱਧਾ ਭੱਜ ਰਿਹਾ, ਕਿਹਦਾ ਪੈਰ ਉਲਟਾ ਪੈ ਰਿਹਾ। ਤੇ ਉੱਥੇ ਇੱਕ 10 ਕਰੋੜ ਦੀ ਤਾਂ ਟ੍ਰੈਡਮਿਲ ਹੀ ਆ ਜਿਹਦੇ ਵਿੱਚ ਇਹਨਾਂ ਦੇ ਟੈਸਟ ਹੋਣੇ ਆ। ਤੇ 4 ਤਰੀਕ ਤੋਂ ਅਸੀਂ ਜਾ ਰਹੇ ਹਾਂ। ਮਤਲਬ ਇਹਦੇ ਵਿੱਚ ਵੈਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ, ਇਹ ਇੱਕ ਟੀਮ ਕੰਮ ਜੇ ਕਰੂਗੀ ਨਾ, ਤੇ ਅਸੀਂ ਫਿਰ ਓਲੰਪਿਕ ਲੈਵਲ ਤੇ ਵਰਲਡ ਲੈਵਲ ਤੇ ਜਾ ਸਕਦੇ ਹਾਂ। ਇਹ ਨਹੀਂ ਕਿ ਠੀਕ ਆ ਇੱਕ ਲੈਵਲ ਤੇ ਤੁਹਾਡਾ ਟੈਲੈਂਟ ਤੁਹਾਨੂੰ ਅੱਗੇ ਲੈ ਕੇ ਆ ਸਕਦਾ ਆ, ਕਿ ਹਾਂ ਵੀ ਨੈਸ਼ਨਲ ਲੈਵਲ ਤੇ ਆ ਗਿਆ, ਸਟੇਟ ਲੈਵਲ ਤੇ ਆ ਗਿਆ, ਡਿਸਟ੍ਰਿਕਟ ਲੈਵਲ ਤੇ ਆ ਗਿਆ। ਪਰ ਉਸ ਤੋਂ ਬਾਅਦ ਇੱਕ ਟੀਮ ਜੇ ਕੰਮ ਕਰੇ, ਜੇ ਸਟਾਰਟਿੰਗ ਤੋਂ ਕਰੇ ਤਾਂ ਬਹੁਤ ਵਧੀਆ ਗੱਲ ਆ। ਪਰ ਜੇ ਇੱਕ ਟੀਮ ਕੰਮ ਕਰਦੀ ਆ, ਫਿਰ ਅਸੀਂ ਜਿੱਤ ਪ੍ਰਾਪਤ ਕਰਾਂਗੇ। ਹਰ ਬੰਦੇ ਨੂੰ, ਇੱਕ ਪੀਐਨ ਤੋਂ ਲੈ ਕੇ ਤੇ ਇੱਕ ਅਫਸਰ ਤੱਕ, ਇੱਕ ਮਿਨਿਸਟਰ ਤੱਕ, ਉਹਨਾਂ ਸ਼ੌਂਕ ਹੋਣਾ ਚਾਹੀਦਾ ਕਿ ਮੈਂ ਦੇਸ਼ ਨੂੰ ਮੈਡਲ ਜਿਤਾਉਣਾ। ਸਿਸਟਮ ਪੂਰਾ ਕੰਮ ਕਰੇ। ਅੱਛਾ ਹੁਣ ਸਿਸਟਮ ਦੀ ਗੱਲ ਕਰ ਲਈ ਤੇ ਫਿਰ ਪ੍ਰਗਟ ਸਿੰਘ ਹੋਣਾ ਦੀ ਗੱਲ ਕਰ ਲਈਏ। ਨਵਾਂ ਸਪੋਰਟਸ ਪੋਰਟਫੋਲੀਓ ਮਿਲਿਆ, ਕੀ ਉਮੀਦਾਂ ਨੇ ਤੁਹਾਨੂੰ? ਸਾਨੂੰ ਬਹੁਤ ਜ਼ਿਆਦਾ ਉਮੀਦਾਂ ਆ, ਕਿਉਂਕਿ ਇੱਕ ਸਪੋਰਟਸ ਪਰਸਨ ਨੂੰ ਸਮਝਾਉਣਾ ਸਪੋਰਟਸ ਬਾਰੇ
ਤੇ ਉਹ ਬਹੁਤ ਮਤਲਬ ਜਲਦੀ ਅਸੀਂ ਸਮਝਾ ਸਕਦੇ ਹਾਂ। ਦੂਸਰੀ ਗੱਲ, ਅਸੀਂ ਉਹਨਾਂ ਨਾਲ ਮਿਲਦੇ ਵੀ ਰਹੇ ਹਾਂ ਤੇ ਸਾਨੂੰ ਪਤਾ ਕਿ ਉਹ ਦੂਰ ਅੰਦੇਸ਼ੀ ਆ ਕਿ ਕਈ ਚੀਜ਼ਾਂ ਸਾਡੇ ਕਹੇ ਤੋਂ ਬਗੈਰ ਵੀ ਉਹਨਾਂ ਨੇ ਸਮਝ ਜਾਣੀਆਂ। ਤੇ ਹੁਣ ਸੁਖਬੀਰ ਗਰੇਵਾਲ ਜੀ ਸੀਗੇ ਪਹਿਲੇ ਜਿਨ੍ਹਾਂ ਦੇ ਟਾਈਮ ਤੇ PIS ਚੱਲਿਆ ਸੀ, ਪੰਜਾਬ ਇੰਸਟੀਚਿਊਟ ਆਫ ਸਪੋਰਟਸ। ਉਹਨਾਂ ਨੇ ਹੁਣ ਸਾਡੇ ਨਾਲ ਰਾਬਤਾ ਵੀ ਤੈਅ ਕਰਨਾ ਸ਼ੁਰੂ ਕਰਤਾ ਕਿ ਦੱਸੋ ਯਾਰ ਤੁਹਾਨੂੰ ਕੀ ਚਾਹੀਦਾ, ਕਿਉਂਕਿ ਏਸ਼ੀਅਨ ਗੇਮ ਸਿਰ ਤੇ ਖੜੀਆਂ ਆ, ਹੈ ਨਾ। ਏਸ਼ੀਅਨ ਗੇਮ, ਕਾਮਨਵੈਲਥ ਗੇਮਸ ਐਂਡ ਵਰਲਡ ਯੂਨੀਵਰਸਿਟੀ ਗੇਮਸ, ਤੇ ਉਹ ਸਾਰੀਆਂ ਗੇਮਸ ਸਿਰ ਤੇ ਖੜੀਆਂ ਤੇ ਸਾਡੇ ਕੋਲ ਉਨਾ ਟਾਈਮ ਨਹੀਂ ਹੈਗਾ ਕਿ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੋ ਤਾਂ ਇਮੀਡੀਏਟਲੀ ਤੁਹਾਨੂੰ ਚਾਹੀਦਾ ਉਹ ਦੱਸੋ। ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਸਾਨੂੰ ਚੰਗੀ ਡਾਈਟ ਦਿੱਤੀ ਜਾਵੇ, ਚੰਗਾ ਫਿਜ਼ੀਓ। ਇੱਕ ਫਿਜ਼ੀਓ ਦਾ ਬਹੁਤ ਵੱਡਾ ਰੋਲ ਆ, ਕਿਉਂਕਿ ਇੰਜਰੀ ਤੋਂ ਬਚਣਾ ਬਹੁਤ ਜ਼ਰੂਰੀ, ਕਿਉਂਕਿ ਜੇ ਇੱਕ ਵਾਰੀ ਇੰਜਰੀ ਆ ਗਈ ਫਿਰ ਤੁਹਾਡੇ 2-3 ਮਹੀਨੇ ਤਾਂ ਐਵੇਂ ਹੀ ਖਰਾਬ ਹੋ ਜਾਂਦੇ ਆ, ਹੈ ਨਾ। ਤੇ ਕੁਛ ਬੱਚੇ ਸਾਡੇ ਕੋਲ ਲਵਲੀ ਦੇ ਵੀ ਆ, ਉਹ ਡਾਕਟਰ ਰਾਜਕੁਮਾਰ ਜੀ ਉੱਥੇ ਡਾਇਰੈਕਟਰ, ਉਹ ਵੀ ਬੜੇ ਸੂਝਵਾਨ ਡਾਇਰੈਕਟਰ ਸਪੋਰਟਸ ਆ। ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਜੇ ਉੱਥੇ ਤੁਹਾਡਾ ਫਿਜ਼ੀਓਥੈਰੇਪੀ ਡਿਪਾਰਟਮੈਂਟ ਆ, ਕਿਉਂਕਿ ਸਾਡੇ ਕੀ ਇੱਕ ਚੱਲਣਾ ਕਿ ਐਥਲੀਟ ਟ੍ਰੀਟਮੈਂਟ ਕਰਾਉਣ ਲਈ ਉਹਨਾਂ ਦੇ ਕਲੀਨਿਕ ਜਾਵੇ, ਪਰ ਅਸਲ ਦੇ ਵਿੱਚ ਕੀ ਆ, ਫੋਰਨ ਦੇ ਵਿੱਚ ਕੀ ਆ ਜਾਂ ਕੀ ਆ ਕਿ ਉਹਨਾਂ ਦੇ ਜਿਹੜੇ ਡਾਕਟਰ ਆ ਜਾਂ ਫਿਜ਼ੀਓਥੈਰੇਪਿਸਟ ਉਹ ਗਰਾਊਂਡ 'ਚ ਆਉਂਦੇ ਆ, ਉਹ ਆਪੇ ਹੀ ਜੱਜ ਕਰਦੇ ਆ ਕਿ ਬੰਦਾ ਭੱਜ ਕਿੱਦਾਂ ਰਿਹਾ ਆ, ਕੀ ਕਰ ਰਿਹਾ, ਇਹਦੇ ਕਿੱਥੇ ਪ੍ਰੋਬਲਮ ਹੋ ਸਕਦੀ ਆ, ਇਹਦੇ ਕਿਹੜੇ ਮਸਲ ਟਾਈਟ ਹੋ ਸਕਦੇ ਆ, ਕਿਹੜੀ ਇਹਨੂੰ ਪ੍ਰੋਬਲਮ ਹੋ ਸਕਦੀ। ਕਿਉਂਕਿ ਗਰਾਊਂਡ 'ਚ ਆਉਣਾ ਬਹੁਤ ਜ਼ਰੂਰੀ ਆ ਉਹਨਾਂ ਦਾ, ਕਿ ਉਹਦੇ ਨਾਲ ਜਿੱਦਾਂ ਸਾਡਾ ਇੱਕ ਰੈਪੀਟੀਸ਼ਨ ਲਾਇਆ ਉਸ ਤੋਂ ਬਾਅਦ 10 ਮਿੰਟ ਦੀ ਰੈਸਟ 100% ਤੇ ਉਹਦੇ ਵਿੱਚ ਉਹਨੂੰ ਫਿਰ ਸੈੱਟ ਕਰਨਾ ਅਗਲੇ ਰੈਪੀਟੀਸ਼ਨ ਲਈ। ਹੁਣ ਵੀ ਜਿਹੜੇ ਇੰਡੀਅਨ ਕੈਂਪਾਂ ਦੇ ਵਿੱਚ ਵੀ ਇਹੀ ਚੱਲਣਾ ਕਿ ਨਾਲ ਇੰਜਰੀ ਤੋਂ ਬਚਣਾ, ਕਿਉਂਕਿ ਸਪ੍ਰਿੰਟ ਰੇਸ ਵੀ ਇੱਦਾਂ ਦੀ ਆ ਕਿ ਬਹੁਤ ਫਾਸਟ ਰੇਸ ਆ, ਜਿਹੜੀਆਂ ਬਹੁਤ ਫਾਸਟ ਚੱਲਣ ਵਾਲੀਆਂ ਗੱਡੀਆਂ ਤੇ ਉਹਨਾਂ 'ਚ ਜੇ ਕਿਤੇ ਖਰਾਬੀ ਆ ਜਾਵੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਸਲੋ ਚੱਲਣ ਵਾਲਾ ਤਾਂ ਫਿਰ ਰੁਕ ਜਾਂਦਾ, ਹੈ ਨਾ। ਅੱਛਾ ਕੋਚ ਸਾਹਿਬ, ਅੰਕਿਤ ਦੇ ਘਰ ਦੇ ਕਿਦਾਂ ਕੀ ਮਤਲਬ ਉਸ ਤੋਂ ਬਾਅਦ ਪਹਿਲਾਂ ਤੁਹਾਡੇ ਤੋਂ ਆਉਣ ਤੋਂ ਪਹਿਲਾਂ ਤੇ ਹੁਣ ਉਹਨਾਂ ਦਾ ਕੀ ਰਿਐਕਸ਼ਨ ਆ ਤੁਹਾਨੂੰ ਲੈ ਕੇ? ਇਹ ਪਹਿਲੇ ਸਾਊਥ ਦੇ ਵਿੱਚ ਗਏ ਸੀ, ਸਾਊਥ, ਕਿਉਂਕਿ ਸਾਊਥ ਹੀ ਮੰਨਿਆ ਜਾਂਦਾ ਸੀ, ਤੁਹਾਨੂੰ ਦੱਸਿਆ ਕਿ ਸਪ੍ਰਿੰਟ ਦੇ ਵਿੱਚ। ਤੇ ਇਹ ਤ੍ਰਿਵੇਂਦਰਮ ਵਗੈਰਾ ਇਹਨੇ ਟ੍ਰੇਨਿੰਗ ਕੀਤੀ ਆ ਜਦੋਂ, ਪਰ ਮੈਂ ਇਹਨਾਂ ਦੇ ਘਰਦਿਆਂ ਦੀ ਵੀ ਬਹੁਤ ਘਾਲਣਾ ਮੰਨਦਾ, ਕਿਉਂਕਿ ਇਹਦੇ ਫਾਦਰ ਸਾਹਿਬ ਨੇ ਜਿੱਦਾਂ ਜੌਬ ਛੱਡੀ ਆਪਣੀ, ਫਿਰ ਮਦਰ ਵੀ ਇੱਥੇ ਰਹਿ ਰਹੇ, ਉਹ ਵੀ ਵਾਰ-ਵਾਰ ਮੈਨੂੰ ਜਦਾ ਕਿ ਵੀ ਇਹਨੂੰ ਤਕਲੀਫ ਹੁੰਦੀ ਜਾਂ ਕੁਛ ਹੁੰਦਾ ਉਹ ਮੈਨੂੰ ਫੋਨ ਕਰਦੇ ਆ, ਕਿਉਂਕਿ ਬੱਚਾ ਆਪਣੇ ਬੱਚੇ ਲਈ ਤਾਂ ਮਤਲਬ ਹੁੰਦਾ ਹੀ ਹੈ ਇੱਕ ਦਰਦ। ਤੇ ਦੂਸਰੀ ਗੱਲ ਉਹਨਾਂ ਦਾ ਵੀ ਮਿਸ਼ਨ ਇਹ ਆ ਕਿ ਹਾਂ ਵੀ ਮੈਂ ਇਹਨੂੰ ਲੈ ਕੇ ਜਾਣਾ। ਦੂਸਰੀ ਗੱਲ ਇਹਦੀ ਸਿਸਟਰ ਡਾਕਟਰ ਆ MBBS ਉੱਥੇ ਦਿੱਲੀ ਹਸਪੀਟਲ ਦੇ ਵਿੱਚ, ਤੇ ਉਹਨਾਂ ਦਾ ਵੀ ਬਹੁਤ ਯੋਗਦਾਨ ਆ, ਕਿਉਂਕਿ ਮੈਨੂੰ ਲੱਗਦਾ ਕਿ ਜੋ ਗੱਲਾਂ ਬਾਤਾਂ ਹੁੰਦੀਆਂ ਕਿ ਉਹ ਸਾਰਾ ਖਰਚ ਆਪਣੇ ਇਸ ਭਰਾ 'ਤੇ ਕਰਦੀ ਆ, ਕਿ ਹਾਂ ਵੀ ਆਪਣੀ ਤਨਖਾਹ ਦੇ ਵਿੱਚੋਂ ਇਹ ਵੀ ਇੱਕ ਮਤਲਬ ਫੈਮਿਲੀ ਦੇ ਵਿੱਚ ਤੌਰ 'ਤੇ ਕੰਮ ਕਰ ਰਿਹਾ ਨਾ, ਬੌਂਡਿੰਗ ਆ। ਇਹ ਇੰਡੀਆ ਦੇ ਵਿੱਚ ਹੀ ਆਪਾਂ ਦੇਖ ਸਕਦੇ, ਸਾਡੀਆਂ ਜੋ ਭਾਵਨਾਵਾਂ ਆ, ਸਾਡੀਆਂ ਇਹ ਚੀਜ਼ਾਂ ਆ, ਤੇ ਇਹ ਭਾਵਨਾਵਾਂ ਨੂੰ ਦੇਖਦੇ ਹੋਏ ਹੋਰ ਜੀ ਕਰਦਾ ਕਿ ਇਹਨਾਂ ਲੋਕਾਂ ਲਈ ਕੰਮ ਕੀਤਾ ਜਾਵੇ। ਅੱਛਾ, ਤੁਹਾਨੂੰ ਪਤਾ ਲੱਗ ਗਿਆ ਹੋਣਾ ਅੰਕਿਤ ਨੂੰ ਮਾਹੌਲ ਕਿੱਦਾਂ ਦਾ ਲੱਗਦਾ ਪੰਜਾਬ ਦਾ, ਕਿਉਂਕਿ ਅਸੀਂ ਖੁੱਲੇ ਡੁੱਲੇ ਆ, ਜਵਾਕ ਸਾਡੇ ਬਹੁਤ ਮਤਲਬ ਮਿਲਣਸਾਰ ਹੁੰਦੇ ਆ, ਤੇ ਅੰਕਿਤ ਕਿੱਦਾਂ ਮਹਿਸੂਸ ਕਰਦਾ? ਨਹੀਂ, ਬਹੁਤ ਵਧੀਆ ਮਹਿਸੂਸ ਕਰਦਾ, ਖੁਸ਼ ਰਹਿੰਦਾ ਹਮੇਸ਼ਾ। ਤੁਸੀਂ ਵੀ ਕਦੀ ਗਰਾਊਂਡ 'ਚ ਆਓ ਤੇ ਦੇਖੋਗੇ ਕਿ ਇਹ ਹਮੇਸ਼ਾ ਖੁਸ਼। ਵੈਸੇ ਵੀ ਸਪੋਰਟਸਮੈਨ ਕਾਮਯਾਬ ਹੀ ਹੋ ਸਕਦਾ ਜਿਹੜਾ ਖੁਸ਼ ਰਹੇ, ਤੇ ਇਨਸਾਨ ਵੀ ਉਹੀ ਕਾਮਯਾਬ ਹੋ ਸਕਦਾ ਜਿਹੜਾ ਖੁਸ਼ ਰਹੇ, ਕਿਉਂਕਿ ਜਿੱਦਾਂ ਹੀ ਬੰਦੇ ਦੇ ਵਿੱਚ ਗਮੀ ਆਉਂਦੀ ਹੈ ਨਾ ਤੇ ਉਹਦਾ ਟੈਸਟੋਸਟੇਰੋਨ ਲੈਵਲ ਡਿੱਗ ਜਾਂਦਾ, ਤੇ ਜੇ ਟੈਸਟੋਸਟੇਰੋਨ ਲੈਵਲ ਡਿੱਗ ਪਿਆ ਤੇ ਤੁਸੀਂ ਸਪੋਰਟਸ ਕੀ, ਤੁਸੀਂ ਆਮ ਲਾਈਫ ਵੀ ਚੰਗੀ ਤਰ੍ਹਾਂ ਨਹੀਂ ਜੀ ਸਕਦੇ। ਤੇ ਸਾਡੇ ਤਾਂ ਗ੍ਰੰਥਾਂ ਦੇ ਵਿੱਚ ਵੀ ਹਰ ਚੀਜ਼ਾਂ ਦੇ ਵਿੱਚ ਕਿਹਾ ਕਿ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ ਤੇ ਅੱਜ ਨੂੰ ਜੀਓ। ਉਹ ਇਸੇ ਕਰਕੇ ਕਿਹਾ ਗਿਆ ਆ ਕਿਉਂਕਿ ਬੰਦਾ ਜਿੰਨੀ ਦੇਰ ਆਪਣੇ ਜੀਵਨ ਨੂੰ ਮਾਣਦਾ ਚੰਗੀ ਤਰ੍ਹਾਂ ਮਾਣੇ ਤੇ ਆਪਣੇ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਨੂੰ ਬਿਮਾਰੀਆਂ ਨਾ ਦੇ ਕੇ ਜਾਵੇ, ਉਹ ਤੰਦਰੁਸਤੀ ਦੇ ਕੇ ਜਾਵੇ, ਕਿਉਂਕਿ ਉਹੀ ਰੂਟਸ ਅੱਗੇ ਤੋਂ ਅੱਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਭਾਈ, ਬਹੁਤ ਥੈਂਕ ਯੂ ਸਰ। ਇਹ ਸੀ ਸਾਡਾ ਅੱਜ ਦਾ ਸਪੋਰਟਸ ਸਟਾਰ। ਵੈਸੇ ਜੇ ਅਸੀਂ ਹਿੰਮਤ ਹਾਰ ਜਾਈਏ ਤਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਜੇ ਤੁਸੀਂ ਵੀ ਕੋਈ ਗੇਮ ਕਰਨੀ ਹੈ ਤਾਂ ਹੌਸਲਾ ਰੱਖਣਾ ਬਹੁਤ ਜ਼ਰੂਰੀ ਆ। ਇੱਦਾਂ ਦੀਆਂ ਸਟੋਰੀਆਂ ਮੈਂ ਲਗਾਤਾਰ ਤੁਹਾਡੇ ਤੱਕ ਲੈ ਕੇ ਆਉਂਦਾ ਰਹਾਂਗਾ। ਤੁਸੀਂ ਦੇਖਦੇ ਰਹੋ TV ਪੰਜਾਬ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਭੀ ਦੇ ਨਾਲ ਜਲੰਧਰ ਤੋਂ।